ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। NRI ਵਰਡ ਦੇ ਵਿੱਚ ਸਵਾਗਤ। ਦੁਨੀਆ ਭਰ ਦੇ ਵਿੱਚ ਚਰਚਾ ਤਾਂ ਉਹੀ ਹੈ ਕਿ ਯੂਕਰੇਨ ਔਰ ਰਸ਼ੀਆ ਦਾ ਯੁੱਧ ਹਜੇ ਰੁਕਿਆ ਨਹੀਂ। 600 ਦਿਨ ਤੋਂ ਜ਼ਿਆਦਾ ਹੋ ਗਏ, 2 ਸਾਲ ਹੋਣ ਲੱਗੇ ਨੇ ਤਕਰੀਬਨ। ਤੇ ਫਿਰ ਨਵਾਂ ਹੌਟਸਪੌਟ ਛਿੜ ਪਿਆ, ਇਜ਼ਰਾਈਲ ਤੇ ਹਮਾਸ। ਲੋਕ ਮਰ ਰਹੇ ਨੇ, ਫਿਲਿਸਤੀਨੀ ਮਰ ਰਹੇ ਨੇ, ਇਜ਼ਰਾਈਲੀ ਮਰ ਰਹੇ ਨੇ, ਆਮ ਲੋਕ ਮਰ ਰਹੇ ਨੇ। ਔਰ ਪੋਲੀਟੀਕਲ ਗੇਮਸ ਆਪਣੀ ਪੂਰੀ ਗਰਮਜੋਸ਼ੀ ਤੇ ਨੇ। ਇਕਨੋਮਿਕਲ ਗੇਮਸ ਆਪਣੀ ਪੂਰੀ ਬੱਲੇ ਬੱਲੇ ਕਰਦੀਆਂ ਪਈਆਂ ਨੇ, ਕਿਉਂਕਿ ਜਿਨ੍ਹਾਂ ਨੇ ਪੈਸਾ ਕਮਾਉਣਾ ਯੁੱਧ ਤੋਂ ਉਹ ਉਸੇ ਕੰਮ ਦੇ ਵਿੱਚ ਲੱਗੇ ਹੋਏ ਨੇ। US ਔਰ ਚਾਈਨਾ ਦੀ ਹਮੇਸ਼ਾ ਗੱਲ ਹੁੰਦੀ ਹੈ ਕਿ ਜਿਸ ਤਰ੍ਹਾਂ ਯੂਕਰੇਨ ਔਰ ਰਸ਼ੀਆ ਦੀ ਵਾਰ ਦੇ ਵਿੱਚ ਹਰ ਵੱਡੇ ਮੁਲਕ ਨੇ ਆਪਣੇ ਦੋਸਤ ਮੁਲਕ ਦਾ ਸਾਥ ਦਿੱਤਾ, ਤਾਂ ਫਿਰ ਇਸ ਯੁੱਧ ਦੇ ਵਿੱਚ ਕਿਉਂ ਨਹੀਂ ਸਾਥ ਦੇ ਰਹੇ ਆਪਣੇ ਦੋਸਤ ਦਾ ਅਮਰੀਕਾ ਤੇ ਚਾਈਨਾ। ਯੂਕਰੇਨ ਵਾਰ ਦੇ ਵਿੱਚ ਵੀ ਪਿੱਛੋਂ ਲੜ ਕੇ ਛੁਪ ਕੇ ਸਾਥ ਦਿੰਦੇ ਨੇ, ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ, ਛੁਪ ਕੇ ਗੇਮ ਖੇਡਦੇ ਨੇ ਇਹ ਵੱਡੇ ਲੋਕ, ਵੱਡੇ ਦੇਸ਼। ਤੇ ਉਸੇ ਤਰ੍ਹਾਂ ਹੀ ਇਜ਼ਰਾਈਲ ਤੇ ਹਮਾਸ ਦੇ ਯੁੱਧ ਦੇ ਵਿੱਚ ਵੀ ਛੁਪ ਕੇ ਗੇਮ ਖੇਡੀ ਜਾ ਰਹੀ ਹੈ, ਖੁੱਲ੍ਹੇ ਤੌਰ ਤੇ ਸਾਹਮਣੇ ਨਹੀਂ ਆ ਰਹੇ। ਕਾਰਨ ਇਕਨੋਮਿਕ ਟਾਈਜ਼, ਕਿ ਜਿਹੜੀ ਇਕੋਨਮੀ ਦੀ ਬੱਲੇ ਬੱਲੇ ਹੈ, ਕਿਤੇ ਉਹਨੂੰ ਸੈੱਟ ਬੈਕ ਨਾ ਲੱਗੇ, ਕਿਤੇ ਉਹਨੂੰ ਸੱਟ ਨਾ ਲੱਗੇ ਤੇ ਸਾਰਾ ਗੇਮ, ਸਾਰੀ ਸ਼ਤਰੰਜ ਬਿਖਰ ਜਾਏ, ਖਿਲਰ ਜਾਏ। ਫਿਰ ਕੀ ਕਰਾਂਗੇ, ਕਿਉਂਕਿ ਹੈ ਤਾਂ ਬਿਜ਼ਨਸ, ਵਾਰ ਇਜ਼ ਅ ਬਿਜ਼ਨਸ। ਔਰ ਇਸ ਬਾਰੇ ਹੋਰ ਜਾਣਕਾਰੀ ਦੇਣ ਵਾਸਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸਾਡੇ ਇਕੋਨੋਮਿਸਟ ਰਾਜੀਵ ਖੋਸਲਾ। ਵੈਲਕਮ ਟੂ NRI ਵਰਡ ਰਾਜੀਵ। ਥੈਂਕ ਯੂ ਜੀ ਵੈਰੀ ਮਚ ਖੰਨਾ ਸਾਹਿਬ। ਸੋ ਇਹ ਕੀ ਗੱਲ ਹੈ ਸਰ ਕਿ ਪੋਲੀਟੀਕਲ ਸਟੇਟਮੈਂਟਸ ਵੀ ਹੋ ਰਹੀਆਂ ਨੇ, ਗਰਮਾ ਗਰਮੀ ਵੀ ਹੋ ਰਹੀ ਹੈ, ਬੰਬ ਗੋਲੇ ਚਲਾਏ ਜਾ ਰਹੇ ਨੇ, ਗੱਲਾਂ ਦੇ ਤਾਂ ਬਹੁਤ ਹੀ ਜ਼ਿਆਦਾ ਚਲਾਏ ਜਾ ਰਹੇ ਨੇ, ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ, ਪਰ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਖੁੱਲ੍ਹ ਕੇ ਤਾਂ ਆਪਣੇ ਪੈਸੇ ਕਮਾਉਣ ਦੀ ਗੇਮ ਵਿੱਚ ਲੱਗੇ ਹੋਏ ਨੇ ਸਾਰੇ ਦੇਸ਼। ਈਰਾਨ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ, ਪਰ ਅਮਰੀਕਾ ਡਾਇਰੈਕਟਲੀ ਈਰਾਨ ਦੇ ਨਾਲ ਨਹੀਂ ਆ ਸਕਦਾ, ਕਿਉਂਕਿ ਅਮਰੀਕਾ ਦੀਆਂ ਈਰਾਨ ਨਾਲ ਵੀ ਇਕਨੋਮਿਕ ਟਾਈਜ਼ ਨੇ, ਕਿਉਂਕਿ ਈਰਾਨ ਕੋਲ ਤਾਕਤ ਹੈ ਨਿਊਕਲੀਅਰ ਪਾਵਰ ਬਣਨ ਦੀ। ਈਰਾਨ ਨੂੰ ਸਪੋਰਟ ਹੈ ਚਾਈਨਾ ਦੀ, ਚਾਈਨਾ ਨੂੰ ਸਪੋਰਟ ਹੈ ਰਸ਼ੀਆ ਦੀ। ਸੋ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ, ਪਾਵਰ ਗਰੁੱਪਸ ਨੇ, ਇਹ ਕਮਾ ਤਾਂ ਪੈਸਾ ਹੀ ਰਹੇ ਨੇ। ਨਾਓ ਦ ਕੁਐਸਚਨ ਇਜ਼, ਇਹ ਡਾਇਰੈਕਟਲੀ ਕਿਉਂ ਨਹੀਂ ਸਾਹਮਣੇ ਆਉਂਦੇ? ਪੋਲੀਟੀਕਲ ਸਟੇਟਮੈਂਟਸ ਤਾਂ ਆ ਰਹੀਆਂ ਨੇ, ਪਰ ਨਾਲ ਵਪਾਰ ਵੀ ਚੱਲਦਾ ਪਿਆ, ਅੰਦਰ ਖਾਤੇ ਅੰਡਰ ਦਾ ਟੇਬਲ ਹੱਥ ਵੀ ਮਿਲਾਏ ਹੋਏ ਨੇ, ਇੱਕ ਦੂਜੇ ਦੀਆਂ ਜੇਬਾਂ ਵੀ ਗਰਮ ਹੁੰਦੀਆਂ ਪਈਆਂ ਨੇ, ਤੇ ਤੋਪ ਤੇ ਗੋਲੇ ਵੀ ਚਲਾਏ ਜਾਂਦੇ ਨੇ, ਪਰ ਮਰਦੇ ਪਏ ਨੇ ਆਮ ਲੋਕ। ਇਹ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਕੀ ਨੇ ਰਾਜੀਵ ਜੀ? ਦੇਖੋ, ਪਹਿਲੀ ਗੱਲ ਮੈਂ ਤੁਹਾਨੂੰ ਇਸ ਸਵਾਲ ਪੁੱਛਣ ਦੇ ਲਈ ਹੀ ਖੰਨਾ ਸਾਹਿਬ, ਕਿਉਂਕਿ ਇਹ ਸਵਾਲ ਜਿਹੜਾ ਬਹੁਤ ਮਹੱਤਵਪੂਰਨ ਹੈ, ਔਰ ਮੈਜੋਰਿਟੀ ਜਿਹੜੇ ਟੀਵੀ ਚੈਨਲਸ ਨੇ ਜਾਂ YouTube ਦੇ ਚੈਨਲਸ ਨੇ, ਉਹ ਇਸ ਗੱਲ ਨੂੰ ਨਹੀਂ ਸਮਝਦੇ, ਨਹੀਂ ਚੁੱਕਦੇ ਇਹ ਸਵਾਲ। ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਦਿਲੋਂ ਦੀ ਕਿ ਤੁਸੀਂ ਘੱਟੋ ਘੱਟ ਇਹ ਸਵਾਲ ਤਾਂ ਚੁੱਕਿਆ ਬਈ ਆਖਿਰ ਵਪਾਰਕ ਰਿਸ਼ਤੇ ਜਿਹੜੇ ਨੇ ਔਰ ਸਿਆਸਤਦਾਨ ਜਿਸ ਤਰ੍ਹਾਂ ਦੀ ਸਿਆਸਤ ਕਰ ਰਹੇ ਨੇ, ਉਹਨਾਂ 'ਚ ਫਰਕ ਕਿਉਂ ਹੈ? ਕਿਉਂ ਪੋਲੀਟੀਕਲੀ ਤਾਂ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਨੇ, ਟੀਵੀ ਦੇ ਵਿੱਚ ਖਬਰਾਂ ਛਪਦੀਆਂ ਨੇ, ਲੇਕਿਨ ਵਪਾਰਕ ਰਿਸ਼ਤੇ ਜਿਹੜੇ ਨੇ ਉਹ ਦਿਨੋਂ ਦਿਨ ਜਿਹੜੇ ਨੇ ਵੱਧਦੇ ਪਏ ਨੇ, ਕਿਸੇ ਪਾਸਿਓਂ ਦੀ ਘਟ ਨਹੀਂ ਰਹੇ। ਇਸ ਚੀਜ਼ ਨੂੰ, ਇਹ ਮੁੱਦਾ ਬਹੁਤ ਗੰਭੀਰ ਹੈ। ਮੈਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਇਹਨੂੰ ਸਮਝਣ ਦੀ ਲੋੜ ਹੈ ਗੰਭੀਰਤਾ ਦੇ ਨਾਲ, ਵੀ ਇਦਾਂ ਕਿਉਂ ਹੋ ਰਿਹਾ। ਦੇਖੋ, ਜਦੋਂ ਪ੍ਰਧਾਨ ਮੰਤਰੀ ਮੋਦੀ ਜੁਲਾਈ ਦੇ ਵਿੱਚ ਅਮਰੀਕਾ ਦੇ ਵਿੱਚ ਗਏ ਸਨ, ਅਮਰੀਕਾ ਨੇ ਕੁਝ ਚੀਜ਼ਾਂ ਦੇ ਉੱਤੇ ਸੈਂਕਸ਼ਨਸ ਲਾਤੀਆਂ ਚਾਈਨਾ ਦੇ ਉੱਤੇ, ਬਈ ਅਸੀਂ ਚਾਈਨਾ ਸੈਮੀਕੰਡਕਟਰਸ ਨੂੰ ਲੈ ਕੇ ਕੁਝ ਮਟੀਰੀਅਲ ਦੀ ਗੱਲ ਹੋਈ ਸੀ ਕਿ ਅਸੀਂ ਮਟੀਰੀਅਲ ਜਿਹੜਾ ਚਾਈਨਾ ਨੂੰ, ਖਾਸ ਕਰਕੇ 2 ਤਰੀਕੇ ਦਾ ਚੀਜ਼ਾਂ ਸੀਗੀਆਂ, ਮੈਨੂੰ ਐਗਜ਼ੈਕਟਲੀ ਉਹਨਾਂ ਦੇ ਨਾਮ ਨਹੀਂ ਯਾਦ ਹੈਗੇ। ਪਰ ਉਸ ਵੇਲੇ ਜਦੋਂ ਇੱਕ ਪਾਸੇ ਬਾਈਡਨ ਸਾਹਿਬ ਮੋਦੀ ਸਾਹਿਬ ਦੇ ਨਾਲ ਰਲ ਕੇ ਚੀਨ ਦੇ ਉੱਤੇ ਪਾਬੰਦੀਆਂ ਲਾ ਰਹੇ ਨੇ ਵੀ ਅਸੀਂ ਚੀਨ ਨੂੰ ਐਕਸਪੋਰਟ ਨਹੀਂ ਕਰਾਂਗੇ ਰਾ ਮਟੀਰੀਅਲ ਜਿਹੜਾ ਹੈ, ਕੱਚਾ ਮਾਲ ਜਿਹੜਾ ਸੈਮੀਕੰਡਕਟਰਸ 'ਚ ਯੂਜ਼ ਹੁੰਦਾ, ਦੂਜੇ ਪਾਸੇ ਕੀ ਹੋ ਰਿਹਾ? ਉਹਨਾਂ ਦੇ ਸੈਕਟਰੀਜ਼ ਜਿਹੜੇ ਨੇ, 3 ਸੈਕਟਰੀ ਜਿਹੜੇ ਨੇ ਉਸੇ ਪੀਰੀਅਡ ਦੇ ਦੌਰਾਨ ਚੀਨ ਦਾ ਦੌਰਾ ਕਰ ਰਹੇ ਨੇ। ਪਹਿਲਾ ਸੀਗੇ ਜੀ ਸੈਕਟਰੀ ਜਿਹੜੇ ਨੇ ਜਿਹੜੇ ਬਲਿੰਕਨ, ਦੂਸਰੇ ਸੀਗੇ ਰਾਇਮੋਂਡੋ,
ਔਰ ਤੀਸਰੇ ਸੈਕਟਰੀ ਜੈਨੇਟ ਯੈਲਨ, ਅੱਡ-ਅੱਡ ਸੈਕਟਰੀਜ਼ ਨੇ, ਕੋਈ ਟ੍ਰੈਜਰੀ ਦਾ ਸੈਕਟਰੀ ਹੈ, ਕੋਈ ਸੈਕਟਰੀ ਆਫ ਦਾ ਸਟੇਟ ਹੈ, ਇਹ ਅਲੱਗ-ਅਲੱਗ ਬੰਦੇ ਜਿਹੜੇ ਨੇ ਚੀਨ ਦਾ ਦੌਰਾ ਕਰ ਰਹੇ ਆ। ਹੁਣ ਸਵਾਲ ਇਹ ਖੜਾ ਹੁੰਦਾ, ਇੱਕ ਪਾਸੇ ਤਾਂ ਤੁਸੀਂ ਪਾਬੰਦੀਆਂ ਲਾ ਰਹੇ ਹੋ, ਪੋਲੀਟੀਕਲ ਸਟੇਟਮੈਂਟਸ ਹਰ ਤਰੀਕੇ ਦੀਆਂ ਸਿਆਸਤਦਾਨਾਂ ਵੱਲੋਂ ਨਿਕਲ ਰਹੀਆਂ, ਹਿੰਦੁਸਤਾਨ ਦੇ ਅਖਬਾਰ ਵੀ ਭਰੇ ਰਹੇ ਹੈ, ਚੀਨ ਦੇ ਅਖਬਾਰ ਵੀ ਭਰੇ ਰਹੇ ਹੈ, ਔਰ ਉਧਰੋਂ ਅਮਰੀਕਾ ਦੇ ਅਖਬਾਰ ਵੀ ਭਰੇ ਰਹੇ ਹੈ। ਲੇਕਿਨ ਵਪਾਰਕ ਤੌਰ ਤੇ ਜਦੋਂ ਅਸੀਂ ਟ੍ਰੇਡ ਰਿਲੇਸ਼ਨਸ ਦੇਖਦੇ ਹਾਂ, ਉਹ ਇੰਨੇ ਸੌਖੇ ਨਹੀਂ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ। ਮੈਂ ਆਪਣੀ ਗੱਲ ਜਿਹੜੀ ਹੈ ਥੋੜੀ ਵਿਸਥਾਰਪੂਰਵਕ ਦੱਸਣਾ ਚਾਹੁੰਦਾ। ਪਹਿਲੀ ਗੱਲ ਜਿਹੜੀ ਹੈ, ਦੇਖੋ ਜੀ, ਚਾਈਨਾ ਨੇ ਕਰਜ਼ਾ ਜਿਹੜਾ ਦਿੱਤਾ ਹੋਇਆ ਮੁਲਕਾਂ ਨੂੰ, ਉਹ ਬਹੁਤ ਜ਼ਿਆਦਾ ਦਿੱਤਾ ਹੋਇਆ, ਔਰ ਹਰ ਕੰਟੀਨੈਂਟ ਦੇ ਵਿੱਚ ਹਰ ਜਗ੍ਹਾ ਤੇ ਚੀਨ ਨੇ ਬਹੁਤ ਵੱਡੇ ਕਰਜ਼ੇ ਮੁਲਕਾਂ ਨੂੰ ਦਿੱਤੇ ਹੈ। ਗਲਫ ਕੰਟਰੀਜ਼ ਨੂੰ ਚਾਈਨਾ ਦਾ ਕਰਜ਼ਾ ਗਿਆ ਹੋਇਆ, ਏਸ਼ੀਅਨ ਕੰਟਰੀਜ਼ ਨੂੰ, ਅਫਰੀਕਨ ਕੰਟਰੀਜ਼ ਨੂੰ, ਲੈਟਿਨ ਅਮਰੀਕਨ ਇਕੋਨਮੀਜ਼ ਨੂੰ, ਜਿੱਥੇ ਹੱਥ ਰੱਖੋ ਉੱਥੇ ਚੀਨ ਦਾ ਕਰਜ਼ਾ ਦਿੱਤਾ ਹੋਇਆ। ਤੇ ਇਸ ਕਰਕੇ ਕੋਈ ਵੀ ਮੁਲਕ ਚਾਈਨਾ ਦੇ ਨਾਲ ਆਪਣੀ ਗੇਮ ਨਹੀਂ ਵਿਗਾੜਨਾ ਚਾਹੁੰਦਾ। ਪਹਿਲਾ ਪੁਆਇੰਟ ਜਿਹੜਾ ਹੈ, ਜੇ ਅਸੀਂ ਡਾਟਾ ਵਾਈਜ਼ ਦੇਖਣੇ, ਅੰਕੜੇ ਕਹਿੰਦੇ ਆ, ਜਿੱਥੇ ਜਿਹੜਾ IMF ਹੈਗੀ ਹੈ, ਉਹਨੇ 1994 ਤੋਂ ਬਾਅਦ 150 ਮੁਲਕਾਂ ਨੂੰ 700 ਬਿਲੀਅਨ ਡਾਲਰ ਯਾਨੀ 700 ਅਰਬ ਡਾਲਰ ਜਿਹੜਾ ਹੈ ਉਹਦੀ ਸਪੋਰਟ ਕੀਤੀ ਹੈ। ਚਾਈਨਾ ਨੇ ਪਿਛਲੇ 20 ਸਾਲਾਂ ਦੇ ਵਿੱਚ 100 ਮੁਲਕਾਂ ਨੂੰ 840 ਬਿਲੀਅਨ ਡਾਲਰ, 840 ਲਗਭਗ 850 ਅਰਬ ਡਾਲਰ ਦੀ ਮਦਦ ਕੀਤੀ ਹੈ। ਤਾਂ ਕਿਹੜਾ ਮੁਲਕ ਹੈ ਜਿਹੜਾ ਚੀਨ ਦੇ ਅਗੇਂਸਟ ਖੁੱਲ ਕੇ ਆਏਗਾ? ਜੇ ਉਹ ਆਉਣਾ ਵੀ ਚਾਹੁੰਦੇ ਆ, ਜੇ ਅਮਰੀਕਾ ਕਿਸੇ ਨੂੰ ਚੁੱਕਦਾ ਵੀ ਹੈ, ਚੀਨ ਉਹਨੂੰ ਠੱਪ ਦਿੰਦਾ। ਤਾਂ ਪਹਿਲੀ ਚੀਜ਼ ਤਾਂ ਇਹ ਹੈ ਵੀ ਕੋਈ ਵੀ ਮੁਲਕ ਆਪਸ ਦੇ ਵਿੱਚ ਇਸ ਕਰਕੇ ਆਪਣੇ ਵਪਾਰਕ ਰਿਸ਼ਤੇ ਖਰਾਬ ਨਹੀਂ ਕਰ ਰਹੇ, ਨਾ ਅਮਰੀਕਾ ਦੇ ਨਾਲ, ਨਾ ਹੀ ਚੀਨ ਦੇ ਨਾਲ। ਦੂਜੀ ਜਿਹੜੀ ਗੱਲ ਹੈ, ਬੜੀ ਇੰਪੋਰਟੈਂਟ ਚੀਜ਼ ਹੈ ਖੰਨਾ ਸਾਹਿਬ, ਇੱਕ ਯੁੱਗ ਇਸ ਵੇਲੇ ਜਿਹੜਾ ਸ਼ੁਰੂਆਤ ਹੋ ਰਹੀ ਹੈ ਉਹਦੀ, ਉਹ ਹੈ ਇਲੈਕਟ੍ਰਿਕ ਵਹੀਕਲਸ ਦਾ। EVs ਦੀ ਗੱਲ ਹੋ ਰਹੀ ਹੈ ਵੀ ਅਸੀਂ ਪੈਟਰੋਲ, ਡੀਜ਼ਲ, ਗੈਸ, ਕੈਰੋਸੀਨ, ਕੋਲਾ ਇਹਨਾਂ ਨੂੰ ਛੱਡੀਏ। ਕੋਈ 2030 ਦੇ ਟਾਰਗੇਟ ਰੱਖ ਕੇ ਬੈਠੇ ਆ ਮੁਲਕ, ਕੋਈ 2032 ਦੇ ਰੱਖ ਕੇ ਬੈਠੇ, ਕੋਈ 2050 ਤੱਕ ਦੇ ਟਾਰਗੇਟਸ ਰੱਖ ਕੇ ਬੈਠੇ ਆ ਬਈ ਅਸੀਂ ਜਿਹੜੇ ਰੀਨਿਊਏਬਲ ਸੋਰਸਿਸ ਆਫ એનર્ਜੀ ਹੈ ਉਹ ਯੂਜ਼ ਕਰਨੇ ਆ, ਬੈਟਰੀ ਆਪਰੇਟਡ ਵਹੀਕਲਸ ਯੂਜ਼ ਕਰਨੇ ਆ, ਅਸੀਂ ਸੌਰ ਊਰਜਾ ਜਿਹੜੀ ਹੈ, ਸੋਲਰ ਪਾਵਰ ਜਿਹੜੀ ਹੈ ਉਹ ਯੂਜ਼ ਕਰਨੀ ਹੈ। ਲੇਕਿਨ ਆ ਜਿਹੜੀਆਂ ਚੀਜ਼ਾਂ ਨੇ, ਜਿਹੜੀ એનર્ਜੀ ਤੇਲ ਦੇ ਨਾਲ, ਗੈਸ ਦੇ ਨਾਲ ਹੈ, ਇਹਨੂੰ ਅਸੀਂ ਇਹਦੇ ਤੋਂ ਛੁਟਕਾਰਾ ਪਾਉਣਾ। ਹੁਣ ਚਾਈਨਾ ਨੇ ਇੱਥੇ ਇੱਕ ਲੀਡ ਲੈ ਲਈ ਹੈ। ਹੁਣ ਜਿਹੜਾ ਸਵਾਲ ਆਉਂਦਾ, ਜਿਹੜਾ ਤੁਸੀਂ ਆਪਣੀ ਚਰਚਾ ਦੇ ਵਿੱਚ ਸ਼ੁਰੂਆਤੀ ਤੌਰ ਤੇ ਗੱਲ ਕੀਤੀ ਹੈ ਕਿ ਆਖਿਰ ਅਮਰੀਕਾ ਜਿਹੜਾ ਹੈ ਖੁੱਲ ਕੇ ਕਿਉਂ ਨਹੀਂ ਚੀਨ ਦੇ ਸਾਹਮਣੇ ਖੜਾ ਹੁੰਦਾ, ਜਾਂ ਚੀਨ ਅਮਰੀਕਾ ਦੇ ਸਾਹਮਣੇ ਕਿਉਂ ਨਹੀਂ ਖੁੱਲ ਕੇ ਖੜਾ ਹੁੰਦਾ, ਉਹਦਾ ਜਵਾਬ ਇੱਥੋਂ ਆਉਂਦਾ। ਤੁਹਾਨੂੰ ਜਾਣ ਕੇ ਖੰਨਾ ਸਾਹਿਬ ਹੈਰਾਨੀ ਹੋਏਗੀ ਵੀ ਚਾਈਨਾ ਨੇ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਵਿਕਸਿਤ ਕੀਤਾ ਹੈ ਕਿ ਜਿੰਨੀਆਂ ਵੀ ਰੇਅਰ ਅਰਥਸ ਹੈ, ਹੁਣ ਰੇਅਰ ਅਰਥ ਕੀ ਹੁੰਦੀ ਹੈ, ਮੈਂ ਇੱਕ ਵਰਡ ਯੂਜ਼ ਕੀਤਾ, ਰੇਅਰ ਅਰਥ। ਰੇਅਰ ਅਰਥ ਦਾ ਮਤਲਬ ਹੈ ਇਦਾਂ ਦੇ ਮਿਨਰਲਸ ਜਿਹੜੀਆਂ ਨੇ, ਲਿਥੀਅਮ, ਕੋਬਾਲਟ, ਮੈਂਗਨੀਜ਼, ਸੀਰੀਅਮ, ਜਰਮੇਨੀਅਮ, ਟਰਬੀਅਮ, ਇਦਾਂ ਦੀਆਂ ਬਹੁਤ ਸਾਰੀਆਂ ਮਿਨਰਲਸ ਨੇ ਜਿਹੜੀਆਂ ਬੈਟਰੀ ਆਪਰੇਟਡ ਵਹੀਕਲਸ ਦੇ ਵਿੱਚ ਯੂਜ਼ ਹੁੰਦੀਆਂ ਨੇ, ਬੈਟਰੀਜ਼ ਦੇ ਵਿੱਚ ਯੂਜ਼ ਹੁੰਦੀਆਂ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਉਪਯੋਗ ਜਿਹੜਾ ਹੈ ਹੋਰ ਜ਼ਿਆਦਾ ਵੱਧ ਜਾਏਗਾ। ਹੁਣ ਜੇ ਇਹਨਾਂ ਦਾ ਉਪਯੋਗ ਵਧੇਗਾ, ਚਾਈਨਾ ਨੇ ਅਮਰੀਕਾ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਆਪਣੇ ਤੌਰ ਤੇ ਬਣਾਉਣਾ ਸ਼ੁਰੂ ਕਰਤਾ, ਆਪਣੇ ਆਪ ਨੂੰ ਫੈਕਟਰੀ ਦੇ ਤੌਰ ਤੇ ਲਗਾ ਲਿਆ। ਤੁਸੀਂ ਦੇਖੋ ਵੀ ਮਿਨਰਲਸ ਜਿਹੜੀਆਂ ਨੇ ਉਹ ਨਿਕਲਦੀਆਂ ਕੈਲੀਫੋਰਨੀਆ ਚੋਂ, ਅਮਰੀਕਾ ਦੇ ਵਿੱਚੋਂ, ਲੇਕਿਨ ਉਹਨਾਂ ਦੀ ਪ੍ਰੋਸੈਸਿੰਗ ਕਿੱਥੇ ਹੁੰਦੀ ਹੈ? ਚਾਈਨਾ ਦੇ ਵਿੱਚ ਆ ਕੇ। ਹੁਣ ਉੱਥੋਂ ਸਮਾਨ ਜਿਹੜਾ ਹੈ ਉਹ ਵਰਲਡ ਵਾਈਡ ਜਾਂਦਾ। ਇੰਡੀਆ ਵਰਗੇ ਮੁਲਕ ਜਿਹੜੇ ਨੇ, ਕੰਜ਼ਿਊਮਰ ਕੰਟਰੀਜ਼ ਜਿਹੜੀਆਂ ਨੇ, ਉੱਥੋਂ ਦੀ ਬੈਟਰੀਆਂ ਬਣਵਾ ਕੇ ਯੂਜ਼ ਕਰਦੀਆਂ ਨੇ ਆਪਣੇ ਵਹੀਕਲਸ ਦੇ ਵਿੱਚ। ਸੋ देयर इज ਅ ਰਿਲਾਇੰਸ ਔਨ ਈਚ ਅਦਰ। ਦੋਨੋਂ ਮੁਲਕਾਂ ਦੀ, ਚਾਈਨਾ ਚੋਂ ਰਾ ਮਟੀਰੀਅਲ ਨਿਕਲ ਰਿਹਾ ਔਰ ਅਮਰੀਕਾ ਚੋਂ ਰਾ ਮਟੀਰੀਅਲ ਨਿਕਲ ਰਿਹਾ, ਚਾਈਨਾ ਉਹਦੀ ਪ੍ਰੋਸੈਸਿੰਗ ਕਰ ਰਿਹਾ। ਅਮਰੀਕਾ ਨੇ ਉਹਦੀ ਪ੍ਰੋਸੈਸਿੰਗ ਵਾਸਤੇ ਕੁਝ ਵੀ ਨਹੀਂ ਕੀਤਾ, ਉਹਨਾਂ ਦੀ ਹਜੇ ਪ੍ਰੋਸੈਸਿੰਗ ਨੈਸੈਂਟ ਸਟੇਜ ਤੇ ਹੈ। ਇਸ ਕਰਕੇ ਦੋਨੋਂ ਮੁਲਕਾਂ ਦੇ ਹਿੱਤ ਦੇ ਵਿੱਚ ਨਹੀਂ ਹੈ ਕਿ ਉਹ ਆਪਸ ਦੇ ਵਿੱਚ ਕਨਫਰੰਟ ਕਰਨ, ਇੱਕ ਦੂਜੇ ਨੂੰ ਸਾਹਮਣੇ ਆ ਕੇ ਕਨਫਰੰਟੇਸ਼ਨ ਕਰਨ। ਕੁਝ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਦੇ ਕੋਲ ਹੈ, ਜੇ ਰਾ ਮਟੀਰੀਅਲ ਅਮਰੀਕਾ ਕੋਲ ਹੈ, ਚਾਈਨਾ ਦੇ ਕੋਲ ਫੈਕਟਰੀਆਂ ਬਣੀਆਂ ਹੋਈਆਂ। ਚਾਈਨਾ ਬਹੁਤ ਸਟ੍ਰੈਟੇਜਿਕਲੀ ਜਾ ਰਿਹਾ। ਜਿਹੜੇ ਮੁਲਕਾਂ ਕੋਲ ਰੇਅਰ ਅਰਥਸ ਨਿਕਲਦੀਆਂ ਨੇ, ਜਿੱਥੇ ਮਿਨਰਲਸ ਨਿਕਲਦੇ ਨੇ, ਚਾਈਨਾ ਨੇ ਉੱਥੇ ਉਹਨਾਂ ਮੁਲਕਾਂ ਨੂੰ ਕਰਜ਼ੇ ਦਿੱਤੇ ਹੋਏ ਨੇ। ਇਸ ਕਰਕੇ
ਚਾਈਨਾ ਦਾ ਤਾਂ ਪੂਰਾ ਉਹਦੇ ਉੱਤੇ ਹੱਕ ਬਣ ਗਿਆ ਹੈਗਾ। ਤਾਂ ਇਹ ਦੋਨੋਂ ਮੁਲਕ ਜਿਹੜੇ ਨਾ ਹੀ ਚਾਈਨਾ ਨਾ ਹੀ ਅਮਰੀਕਾ ਇੱਕ ਦੂਸਰੇ ਤੇ ਅਟੈਕ ਕਰਨ ਦੇ ਬਾਰੇ ਨਹੀਂ ਸੋਚ ਸਕਦੇ ਸਿੱਧੇ ਤੌਰ ਤੇ। ਅਸੀਂ ਰਸ਼ੀਆ ਯੂਕਰੇਨ ਵਾਰ ਵੇਲੇ ਵੀ ਦੇਖਿਆ, ਅਸੀਂ ਹੁਣ ਵੀ ਦੇਖ ਰਹੇ ਇਜ਼ਰਾਈਲ ਹਮਾਸ ਦਾ ਜਿਹੜਾ ਕਨਫਲਿਕਟ ਚੱਲ ਰਿਹਾ, ਅਸੀਂ ਉੱਥੇ ਵੀ ਇਹ ਚੀਜ਼ ਦੇਖ ਰਹੇ ਹਾਂ। ਤੀਸਰੀ ਚੀਜ਼ ਜਿਹੜੀ ਇਹਦੇ ਚ ਆਉਂਦੀ ਹੈ ਉਹ ਬਹੁਤ ਇੰਪੋਰਟੈਂਟ ਹੈਗਾ, ਇਸੇ ਤਰੀਕੇ ਦੇ ਨਾਲ ਰੇਅਰ ਅਰਥਸ ਦੇ ਨਾਲ ਰਿਲੇਟਡ, ਉਹ ਹੈਗਾ ਸੈਮੀਕੰਡਕਟਰਸ ਜਿਹੜੇ ਨੇ। ਸੈਮੀਕੰਡਕਟਰ ਕੀ ਇੱਕ ਛੋਟੀ ਜਿਹੀ ਚਿਪ ਹੈ, ਜਿੱਦਾਂ ਅਸੀਂ ਹੁਣ ਗੱਲ ਕਰ ਰਹੇ ਹਾਂ ਸਾਡੇ ਮੋਬਾਈਲ ਦੇ ਵਿੱਚ ਜਾਂ ਸਾਡੇ ਲੈਪਟਾਪ ਦੇ ਵਿੱਚ, ਸਾਡੇ ਜਿਹੜੇ ਜਿੰਨੇ ਵੀ ਇਲੈਕਟ੍ਰੋਨਿਕ ਗੈਜਟਸ ਨੇ, ਫ੍ਰਿਜ ਦੇ ਵਿੱਚ ਉਹ ਇਲੈਕਟ੍ਰੋਨਿਕ ਚਿਪ ਜਿਹੜੀ ਹੈ ਉਹ ਯੂਜ਼ ਹੁੰਦੀ ਹੈ। ਹੁਣ ਇਹ ਜਿਹੜੇ ਚਿਪ ਦੇ ਪਲੇਅਰਸ ਨੇ, ਇਹ ਸਿਰਫ 5 ਜਾਂ 6 ਮੁਲਕ ਨੇ ਜਿਹੜੇ ਚਿਪ ਦੇ ਪਲੇਅਰਸ ਨੇ। ਉਹਦੇ ਚ ਆਉਂਦਾ ਜੀ ਅਮਰੀਕਾ, ਉਹਦੇ ਵਿੱਚ ਆਉਂਦਾ ਤਾਈਵਾਨ, ਉਹਦੇ ਚ ਆਉਂਦਾ ਚੀਨ, ਉਹਦੇ ਚ ਆਉਂਦਾ ਕੋਰੀਆ, ਉਹਦੇ ਚ ਆਉਂਦਾ ਜਾਪਾਨ। ਇਹ 5 ਮੁਲਕ ਮੋਟੇ ਤੌਰ ਤੇ ਇਸ ਚਿਪ ਦੀ ਸਾਰੀ ਗੇਮ ਨੂੰ ਲੈ ਕੇ ਚਲਾਉਂਦੇ ਆ। ਜਾਪਾਨ ਔਰ ਚੀਨ ਜਿਹੜੇ ਨੇ ਸਭ ਤੋਂ ਸਸਤੀ ਚਿਪ ਬਣਾਉਂਦੇ ਆ। ਸਭ ਤੋਂ ਸਸਤੀ ਚਿਪ ਜਿਹੜੀ ਹੈ, ਜਿਹਦੀ 19 ਸੈਂਟ ਦੀ ਚਿਪ ਜਿਹੜੀ ਹੈ, $0.19 19 ਸੈਂਟ ਦੀ ਚਿਪ ਜਿਹੜੀ ਹੈ, ਜਿਹੜੀ ਸਾਡੀਆਂ ਗੱਡੀਆਂ ਦੇ ਵਿੱਚ ਲੱਗਦੀ ਹੈ, ਸਾਡੇ ਫ੍ਰਿਜ ਔਰ ਮੋਬਾਈਲਸ ਦੇ ਵਿੱਚ ਯੂਜ਼ ਹੁੰਦੀ ਹੈ। ਕੋਰੀਆ ਜਿਹੜਾ ਹੈਗਾ ਉਹ ਮਸ਼ੀਨ ਬਣਾਉਂਦਾ ਜਿਹਦੇ ਨਾਲ ਉਹ ਚਿਪ ਜਿਹੜੀ ਹੈ ਪ੍ਰੋਡਿਊਸ ਹੁੰਦੀ ਹੈ। ਕੋਰੀਆ ਚੋਂ ਮਸ਼ੀਨਾਂ ਆਉਂਦੀਆਂ ਚਿਪ ਦੀਆਂ। ਇਸੇ ਤਰੀਕੇ ਦੇ ਨਾਲ ਜਿਹੜਾ ਤਾਈਵਾਨ ਹੈ ਉਹਦੀ ਡਿਜ਼ਾਈਨਿੰਗ ਕਰਦਾ, ਉਹਨੂੰ ਇੰਟੀਗ੍ਰੇਟ ਕਰਦਾ ਸਾਰੀ ਪ੍ਰੋਸੈਸਿਸ ਨੂੰ। ਲੇਕਿਨ ਚਾਈਨਾ ਜਿਹੜੀ ਚਾਈਨਾ ਦੀ ਚਿਪ ਹੈ ਉਹ ਤਾਈਵਾਨ ਦੇ ਮੁਕਾਬਲੇ ਸਸਤੀ ਪੈਂਦੀ ਹੈ। ਤਾਈਵਾਨ ਦੀ ਚਿਪ ਦੀ ਇੱਕ ਚਿਪ ਦੀ ਕੀਮਤ ਐਵਰੇਜ ਜਿਹੜੀ ਹੈ $1.5 ਪੈਂਦੀ ਹੈ, $1.5। ਤਾਂ ਇਸ ਕਰਕੇ ਚੀਨ ਜਿਹੜਾ ਬਾਜੀ ਮਾਰ ਜਾਂਦਾ ਹੈ। ਜਿਹੜੀ ਯੂਨਾਈਟਿਡ ਸਟੇਟਸ ਆਪ ਚਿਪ ਬਣਾਉਂਦਾ, 7% ਸ਼ੇਅਰ ਵਰਲਡ ਦੀ ਚਿਪ ਦੇ ਵਿੱਚ ਯੂਨਾਈਟਿਡ ਸਟੇਟਸ ਦਾ ਹੈਗਾ। ਲੇਕਿਨ ਯੂਨਾਈਟਿਡ ਸਟੇਟਸ ਜਿਹੜੀ ਚਿਪ ਬਣਾਉਂਦਾ ਬਹੁਤ ਸੋਫਿਸਟੀਕੇਟਡ ਚਿਪ ਬਣਾਉਂਦਾ, ਜਿਹੜੀ ਸਪੇਸ ਪ੍ਰੋਗਰਾਮਸ ਦੇ ਵਿੱਚ ਲੱਗਦੀਆਂ, ਟੈਂਕਸ ਦੇ ਵਿੱਚ ਜਾਂਦੀਆਂ ਨੇ, ਰਾਕਟਸ ਦੇ ਵਿੱਚ ਯੂਜ਼ ਹੁੰਦੀ ਹੈ। ਉਹ ਬਹੁਤ ਵੱਡੀਆਂ ਚਿਪ ਹੈ। ਤਾਂ ਇਸ ਕਰਕੇ ਔਰ ਉਹਨਾਂ ਦੀ ਕੀਮਤ ਵੀ ਜ਼ਿਆਦਾ ਹੈ, ਤਕਰੀਬਨ $2.25 ਦੀ ਉਹ ਚਿਪ ਪੈਂਦੀ ਹੈ ਇੱਕ। ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਖੰਨਾ ਸਾਹਿਬ ਕਿ ਜਦੋਂ ਅਮਰੀਕਾ ਆਪ ਬਣਾ ਲੈਂਦਾ, ਫਿਰ ਚੀਨ ਤੇ ਪਾਬੰਦੀਆਂ ਕਿਉਂ ਨਹੀਂ ਲਾਉਂਦਾ? ਅਮਰੀਕਾ ਨੇ ਲਾ ਕੇ ਦੇਖੀ, ਚਿਪਸ ਐਕਟ ਬਣਾਇਆ 2022 ਦੇ ਵਿੱਚ। ਇਹ ਜਿਹੜਾ ਚਿਪ ਵਾਲਾ ਐਕਟ ਬਣਿਆ ਸੀ ਉਹਦੇ ਵਿੱਚ ਉਹਨਾਂ ਨੇ ਚੀਨ ਦੇ ਉੱਤੇ ਪਾਬੰਦੀਆਂ ਲਾ ਕੇ ਦੇਖਿਆ ਵੀ ਅਸੀਂ ਚੀਨ ਨੂੰ ਰਾ ਮਟੀਰੀਅਲ ਨਹੀਂ ਭੇਜਾਂਗੇ। ਲੇਕਿਨ ਚੀਨ ਤੋਂ ਜਿਹੜੀ ਸਸਤੀ ਚਿਪ ਆਉਂਦੀ ਸੀ ਉਹਦੇ ਨਾ ਆਉਣ ਕਰਕੇ ਉੱਥੇ ਗੱਡੀਆਂ ਦੇ ਰੇਟ ਵੱਧ ਗਏ। ਅਮਰੀਕਾ ਦੇ ਵਿੱਚ ਇਨਫਲੇਸ਼ਨ ਜਿਹੜੀ ਹੈ, ਜਿੱਥੇ ਇਨਫਲੇਸ਼ਨ ਆਲਰੇਡੀ ਜ਼ਿਆਦਾ ਸੀ ਉੱਥੇ ਗੱਡੀਆਂ ਦੇ ਰੇਟ ਹੋਰ ਵੱਧ ਗਏ। ਤਾਂ ਇਸ ਕਰਕੇ ਇਹਨਾਂ ਦੀ ਮਜਬੂਰੀਆਂ ਨੇ ਆਪਸ ਦੇ ਵਿੱਚ ਮੁਲਕਾਂ ਦੀਆਂ ਕਿ ਇਹ ਤਾਲਮੇਲ ਦੇ ਨਾਲ ਚੱਲਣ, ਜਿਹੜੇ ਇਹਨਾਂ ਦੇ ਵਪਾਰਕ ਇੰਟਰਸਟ ਨੇ ਉਹ ਇਕੱਠੇ ਰਹਿਣ। ਲਾਸਟ ਇੱਕ ਪੁਆਇੰਟ ਇਹਦੇ 'ਚ ਹੋਰ ਜੁੜਦਾ ਹੈ ਜਿਹੜਾ ਕਿ ਇਹੀ ਨਹੀਂ ਹੈ ਕਿ ਸਿਰਫ ਚਾਈਨਾ ਦੇ ਉੱਤੇ ਅਮਰੀਕਾ ਜਿਹੜਾ ਡਿਪੈਂਡੈਂਟ ਹੈ। ਚਾਈਨਾ ਵੀ ਇਹਨਾਂ ਅਮਰੀਕਾ ਦੇ ਉੱਤੇ, ਯੂਰਪ ਦੇ ਉੱਤੇ, ਜਾਪਾਨ ਦੇ ਉੱਤੇ ਡਿਪੈਂਡੈਂਟ ਹੈ, ਕਿਉਂਕਿ ਚਾਈਨਾ ਦਾ ਸਮਾਨ ਇੱਥੇ ਜਾਂਦਾ। ਸਾਰੀ ਚਾਈਨਾ ਦੀ ਜਿਹੜੀ, ਜਦੋਂ ਅਸੀਂ ਕਹਿੰਦੇ ਚਾਈਨਾ ਇਜ਼ ਦਾ ਫੈਕਟਰੀ ਆਫ ਦਾ ਵਰਲਡ, ਉਹ ਫੈਕਟਰੀ ਦੀ ਜਿਹੜੀ ਪੈਦਾਵਾਰ ਹੈ ਉਹ ਕਿੱਥੇ ਜਾ ਰਹੀ ਹੈ? ਉਹ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਉਹਦੀ ਕੰਜ਼ੰਪਸ਼ਨ ਹੁੰਦੀ ਹੈ। ਜਦੋਂ ਅਮਰੀਕਾ ਦੇ ਵਿੱਚ ਚਾਈਨਾ ਦਾ ਸਮਾਨ ਨਹੀਂ ਵਿਕਿਆ, ਜਦੋਂ ਕਰੋਨਾ ਆ ਗਿਆ, ਉਸ ਤੋਂ ਬਾਅਦ ਲੜਾਈ ਛਿੜ ਗਈ, ਤਾਂ ਚਾਈਨਾ ਦਾ ਸਮਾਨ ਜਿਹੜਾ ਹੈ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਨਹੀਂ ਵਿਕਿਆ। ਚਾਈਨਾ ਨੇ ਕੀ ਦੇਖਿਆ? ਇਨਵੈਸਟਮੈਂਟ ਦੇ ਵਿੱਚ ਕਮੀ, ਵੇਜਸ ਦੇ ਵਿੱਚ ਕਮੀ, ਇਨਫਲੇਸ਼ਨ ਜਿਹੜੀ ਹੈ ਚਾਈਨਾ ਦੇ ਵਿੱਚ ਹਾਈ ਹੋਣੀ ਸ਼ੁਰੂ ਹੋ ਗਈ, ਚਾਈਨਾ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ। ਸੋ ਆਲ these are interdependent। ਮੇਰਾ ਕਹਿਣ ਦਾ ਜਿਹੜਾ ਭਾਵ ਹੈ ਵੀ ਇਹ ਪੋਲੀਟੀਕਲੀ ਤਾਂ ਅਸੀਂ ਜੋ ਮਰਜ਼ੀ ਗੱਲਾਂ ਕਰੀ ਚੱਲੀਏ ਵੀ ਲੜਾਈ ਹੋ ਜਾਏਗੀ, ਬੰਬ ਸਿੱਟ ਦੇਣਗੇ, ਹਾਈਡਰੋਜਨ ਬੰਬ ਸਿੱਟ ਦੇਣਗੇ, ਨਿਊਕਲੀਅਰ ਬੰਬ ਸਿੱਟ ਦੇਣਗੇ, ਪਰ ਜਿਹੜੇ ਵਪਾਰਕ ਰਿਸ਼ਤੇ ਨੇ ਉਹ ਇਹ ਲੜਾਈ ਨਹੀਂ ਇਦਾਂ ਇੰਨੀ ਜ਼ਿਆਦਾ ਜਿਹੜੀ ਇੰਟੈਂਸੀਫਾਈਡ ਵਾਰ ਹੈ ਉਹ ਨਹੀਂ ਲੱਗਣ ਦੇਣਗੇ। ਵਪਾਰ ਵਪਾਰ ਵਪਾਰ, ਹਰ ਜਗ੍ਹਾ ਟ੍ਰੇਡ, ਬਿਜ਼ਨਸ, ਔਰ ਇਸੇ ਚੀਜ਼ ਨੂੰ ਲੈ ਕੇ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਦੁਨੀਆ ਦੋ ਲੋਕ ਚਲਾਉਂਦੇ ਨੇ, ਇੱਕ ਇਨਵੇਡਰਸ, ਇੱਕ ਟ੍ਰੇਡਰਸ। ਇਨਵੇਡਰਸ ਉਹ ਜਿਹੜੇ ਜੰਗਾਂ ਲਾਉਂਦੇ ਨੇ, ਟ੍ਰੇਡਰਸ ਉਹ ਜਿਹੜੇ ਵਪਾਰ ਕਰਦੇ ਨੇ। ਸੋ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਆਪਣੇ ਪੋਲੀਟੀਕਲ ਇੰਟਰਸਟ ਦੀ ਬਜਾਏ ਆਪਣੇ ਇਕਨੋਮਿਕਲ ਇੰਟਰਸਟ ਨੂੰ, ਆਪਣੇ ਬਿਜ਼ਨਸ ਇੰਟਰਸਟ ਨੂੰ, ਪ੍ਰੋਫਿਟ ਨੂੰ ਦੇਖਿਆ ਜਾਂਦਾ, ਕਿਉਂਕਿ ਹਰ ਦੇਸ਼ ਨਾ ਇੱਕ ਕੰਪਨੀ ਬਣ ਚੁੱਕਿਆ, ਬਹੁਤ ਵੱਡੀ ਕੰਪਨੀ ਚੱਲਦੀ ਪਈ ਹੈ, ਐਂਡ ਦ ਬਾਟਮ ਲਾਈਨ ਇਜ਼ ਪ੍ਰੋਫਿਟ। ਸੋ ਅਸੀਂ ਹਮੇਸ਼ਾ ਦੇਖਦੇ ਹਾਂ, ਪਰ ਇਹਦੇ ਵਿੱਚ ਆਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ। ਵਾਰ ਨੂੰ ਉੱਥੇ ਤੱਕ ਹੀ ਇਹ ਗਰਮ ਰੱਖਦੇ ਨੇ ਜਿੱਥੇ ਤੱਕ ਇਹਨਾਂ ਦੇ ਬਿਜ਼ਨਸ ਨੂੰ ਸਪੋਰਟ ਕਰਦਾ, ਔਰ ਥਾਂ ਥਾਂ ਦੇ ਉੱਤੇ ਇਹ ਹੌਟ ਸਪੌਟ ਕ੍ਰੀਏਟ ਕਰਦੇ ਨੇ ਜਿੱਥੇ ਜਿੱਥੇ ਵਾਰ ਲਗਾਉਣੀ ਹੈ, ਜੋ ਉਹਨਾਂ ਦੇ ਬਿਜ਼ਨਸ ਨੂੰ ਉਸ ਮੌਕੇ ਦੇ ਉੱਤੇ ਸਪੋਰਟ ਕਰਦਾ ਹੈ। ਯਾਨੀ ਕਿ ਇਹ ਵਾਰ ਵੀ
ਬਿਜ਼ਨਸ ਕਾਰਨ ਹੀ ਲਗਾਉਂਦੇ ਨੇ, ਤਾਂ ਹੀ ਅਸੀਂ ਕਹਿੰਦੇ ਹਾਂ ਵਾਰ ਇਜ਼ ਅ ਬਿਜ਼ਨਸ, ਕਿਉਂਕਿ ਵਾਰ ਬਿਜ਼ਨਸ ਨੂੰ ਸਪੋਰਟ ਕਰਦੀ ਆ, ਪਰ ਆਮ ਲੋਕ ਮਰਦੇ ਨੇ। ਹੁਣ ਤੁਸੀਂ ਦੇਖੋ, ਬਿਜ਼ਨਸ ਇੰਟਰਸਟ US ਵੀ ਦੇਖ ਰਿਹਾ, ਬਿਜ਼ਨਸ ਇੰਟਰਸਟ ਚਾਈਨਾ ਵੀ ਦੇਖ ਰਿਹਾ, ਤੇ ਉਧਰੋਂ ਗਰਮਾ ਗਰਮ ਪੋਲੀਟੀਕਲ ਸਟੇਟਮੈਂਟਸ ਵੀ ਆ ਰਹੀਆਂ ਨੇ, ਔਰ ਮਰਦੇ ਪਏ ਨੇ ਇਜ਼ਰਾਈਲ ਤੇ ਫਿਲਿਸਤੀਨ ਦੇ ਲੋਕ, ਮਰਦੇ ਪਏ ਨੇ ਯੂਕਰੇਨ ਦੇ ਲੋਕ। ਇਹ ਅਸੀਂ ਦੇਖਦੇ ਪਏ ਹਾਂ ਜੋ ਸਿਨੈਰੀਓ ਸਾਰਾ ਬਣਿਆ ਹੋਇਆ। ਸੋ ਇਹਦੇ ਵਿੱਚ ਹੁਣ US ਉੱਤੇ ਆਉਂਦੇ ਆ, ਕਿਉਂਕਿ US ਇਜ਼ ਅ ਗੇਮ ਚੇਂਜਰ, ਇਜ਼ ਅ ਬਿਗ ਪਲੇਅਰ। ਔਰ ਅਸੀਂ ਜਦੋਂ US ਦੀ ਗੱਲ ਕਰਦੇ ਹਾਂ, US ਦੀ ਇਕੋਨਮੀ ਦੀ ਗੱਲ ਕਰਦੇ ਹਾਂ, ਤਾਂ ਅਸੀਂ ਖਾਸ ਫੋਕਸ ਕਰਦੇ ਹਾਂ ਇੰਟਰਸਟ ਦੇ ਉੱਤੇ, ਰੇਟ ਆਫ ਇੰਟਰਸਟ ਕੀ ਆ। ਔਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਨੇ ਪਿਛਲੇ ਕਈ ਸਮੇਂ ਤੋਂ ਰੇਟ ਆਫ ਇੰਟਰਸਟ ਕਾਂਸਟੈਂਟ ਰੱਖਿਆ ਹੋਇਆ, ਉਹਦੇ 'ਚ ਕੋਈ ਚੇਂਜ ਨਹੀਂ ਆਈ। ਔਰ ਹੁਣ ਵੀ ਅਸੀਂ ਇਹੀ ਦੇਖਦੇ ਹਾਂ, ਔਰ ਫਾਈਨੈਂਸ਼ੀਅਲ ਐਕਸਪਰਟਸ ਇਹ ਪ੍ਰੋਡਿਕਟ ਕਰਦੇ ਨੇ ਕਿ ਸ਼ਾਇਦ ਹੋਪਫੁਲੀ ਇਹ ਚੇਂਜ ਨਾ ਆਵੇ। ਸੋ ਉਹਦੇ ਨਾਲ ਜੋ ਅਮਰੀਕਨ ਸਿਟੀਜ਼ਨਸ ਨੇ ਉਹਨਾਂ ਨੂੰ ਤਾਂ ਫਾਇਦਾ ਹੋਏਗਾ ਹੀ ਇੰਸਟਾਲਮੈਂਟਸ ਨੂੰ ਲੈ ਕੇ, ਔਰ ਉਹਨਾਂ ਨੂੰ ਮਹਿੰਗਾਈ ਦਾ ਜੋ ਸਾਹਮਣਾ ਕਰਨਾ ਪੈਂਦਾ ਉਹਦੇ 'ਚ ਵੀ ਰਾਹਤ ਮਿਲਦੀ ਰਹੇਗੀ। ਪਰ ਇਹ ਸਾਰੀ ਜਿਹੜੀ ਗੇਮ ਹੈ, ਇੰਟਰਸਟ ਰੇਟ ਨੂੰ ਕਿਉਂ ਨਹੀਂ ਛੇੜਦੇ ਪਈ ਇਕਨੋਮਿਕ ਦੀ ਜੋ ਬੜੀ ਆਪਣੀ ਸੋਚ ਸਮਝ ਰੱਖਣ ਵਾਲੇ ਫਾਈਨੈਂਸ਼ੀਅਲ ਐਕਸਪਰਟਸ ਨੇ ਅਮਰੀਕਾ ਦੇ, ਕਿਉਂ ਨਹੀਂ ਰੇਟ ਆਫ ਇੰਟਰਸਟ ਚੇਂਜ ਕਰਦੇ? ਰਾਜੀਵ ਦੇਖੋ ਜੀ, ਜਦੋਂ ਵੀ ਮੁਲਕਾਂ ਦੇ ਵਿੱਚ ਮਹਿੰਗਾਈ ਵੱਧਦੀ ਹੈ, ਕਿਸੇ ਵੀ ਮੁਲਕ ਦੇ ਵਿੱਚ ਮਹਿੰਗਾਈ ਵੱਧਦੀ ਹੈ, ਤਾਂ ਜਿਹੜਾ ਇਕਨੋਮਿਕਸ ਦਾ ਸਿਧਾਂਤ ਹੈ, ਬਿਲਕੁਲ ਪਰਖਿਆ ਹੋਇਆ ਸਿਧਾਂਤ ਜਿਹੜਾ ਹੈ ਵੀ ਵਿਆਜ ਵਧਾ ਦਿਓ। ਜਦੋਂ ਵਿਆਜ ਵਧੇਗਾ ਲੋਕ ਕਰਜ਼ਾ ਨਹੀਂ ਲੈਣਗੇ, ਜਦੋਂ ਲੋਕ ਕਰਜ਼ਾ ਨਹੀਂ ਲੈਣਗੇ ਨਵੀਆਂ ਨੌਕਰੀਆਂ ਨਹੀਂ ਨਿਕਲਣਗੀਆਂ, ਨਵੀਆਂ ਨੌਕਰੀਆਂ ਨਹੀਂ ਨਿਕਲਣਗੀਆਂ, ਨਵੇਂ ਜਿਹੜੇ ਵੇਜਸ ਨੇ, ਲੋਕਾਂ ਨੂੰ ਜ਼ਿਆਦਾ ਵੇਜਸ ਨਹੀਂ ਮਿਲਣਗੇ, ਉਹਨਾਂ ਦੀ ਕੰਜ਼ੰਪਸ਼ਨ ਜਿਹੜੀ ਹੈ ਆਟੋਮੈਟਿਕਲੀ ਘਟੇਗੀ। ਕੰਜ਼ੰਪਸ਼ਨ ਘਟੇਗੀ ਤਾਂ ਮਹਿੰਗਾਈ ਜਿਹੜੀ ਹੈ, ਜਦੋਂ ਤੁਸੀਂ ਖਾਣਾ ਹੀ ਨਹੀਂ ਹੈਗਾ, ਸਮਾਨ ਨਹੀਂ ਖਰੀਦਣਾ, ਮਹਿੰਗਾਈ ਥੱਲੇ ਜਾਏਗੀ। ਸੋ ਇਹ ਬੜਾ ਹੀ ਇਸਟੈਬਲਿਸ਼ਡ ਫੈਕਟ ਹੈ ਵਰਲਡ ਵਾਈਡ। ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਮੋਨਿਟਰੀ ਪਾਲਿਸੀ ਜਾਂ ਸਿੱਧੇ ਤੌਰ ਤੇ ਜੇ ਕਹੀਏ ਤਾਂ ਵਿਆਜ ਜਿਹੜਾ ਹੈ ਉਹ ਵਧਾਇਆ ਜਾਂਦਾ ਹੈ। ਜਦੋਂ ਕਿਤੇ ਮਹਿੰਗਾਈ ਬਹੁਤ ਥੱਲੇ ਚਲ ਜਾਂਦੀ ਹੈ ਤਾਂ ਉਸ ਵੇਲੇ ਜਿਹੜਾ ਵਿਆਜ ਹੈ ਉਹਨੂੰ ਬਹੁਤ ਘੱਟ ਕਰ ਦਿੱਤਾ ਜਾਂਦਾ ਹੈ। ਅਸੀਂ ਦੇਖਿਆ ਅਮਰੀਕਾ ਜਿੱਥੇ 0% ਵਿਆਜ ਰਿਹਾ, 0.25%, ਯੂਰਪੀਅਨ ਇਕੋਨਮੀਜ਼ ਦੇ ਵਿੱਚ, ਜਿੰਨਾ ਵੀ ਯੂਰਪ ਹੈ, ਇੱਥੇ ਵੀ ਕੈਨੇਡਾ ਦੇ ਵਿੱਚ, ਇੱਥੇ 0.25%। ਇੰਡੀਆ ਨੂੰ ਅਸੀਂ ਛੱਡ ਦਈਏ, ਹਿੰਦੁਸਤਾਨ ਦੇ ਵਿੱਚ 5 ਤੋਂ 6% ਜਾਂ 7% ਜਾਣਾ ਆਮ ਗੱਲ ਹੈ। ਲੇਕਿਨ ਜਿਹੜੇ ਮੁਲਕ ਵਿਕਸਿਤ ਨੇ, ਖਾਸ ਕਰਕੇ ਅਟਲਾਂਟਿਕ ਵੱਲ ਦੇ, ਇੱਧਰ ਯੂਰਪ ਦੇ, ਕੈਨੇਡਾ, ਅਮਰੀਕਾ, ਜਿਹੜੇ ਇਹ ਮੁਲਕ ਨੇ, ਇਹ ਵਿਆਜ ਨੂੰ ਜ਼ਿਆਦਾ ਖੁਸ਼ ਨਹੀਂ ਹੁੰਦੇ ਰੱਖ ਕੇ। ਉੱਥੇ ਵਿਆਜ ਜਿਹੜਾ 0% ਹੁੰਦਾ, ਇਸ ਕਰਕੇ ਜਿਹੜੇ ਹਿੰਦੁਸਤਾਨ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਵੀ ਉੱਥੋਂ ਦੀ ਬੋਰੋ ਕਰਦੀਆਂ ਨੇ, ਕਰਜ਼ੇ ਲੈਂਦੀਆਂ ਨੇ, ਵੀ ਵਿਆਜ ਉੱਥੇ ਜਿਹੜਾ ਘੱਟ ਹੈ। ਔਰ ਉੱਥੇ ਦੇ ਲੋਕ ਜਿਹੜੇ ਨੇ ਇੱਥੇ ਹਿੰਦੁਸਤਾਨ ਦੀ ਮਾਰਕੀਟ ਦੇ ਵਿੱਚ ਨਿਵੇਸ਼ ਕਰਦੇ ਨੇ ਵੀ ਇੱਥੇ ਵਿਆਜ ਜ਼ਿਆਦਾ ਹੈ, ਇੱਥੇ ਦੀ ਸਟਾਕ ਮਾਰਕੀਟਾਂ ਜਿਹੜੀਆਂ ਨੇ ਅਟਰੈਕਟਿਵ ਨੇ। ਸੋ ਦੋਨੋਂ ਪਾਸੇ ਵਪਾਰਕ ਰਿਸ਼ਤੇ ਚੱਲਦੇ ਨੇ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਖੰਨਾ ਸਾਹਿਬ, ਦੇਖੋ ਹਜੇ ਹਾਲ ਦੀ ਘੜੀ ਤਾਂ ਜਿਹੜੇ ਜਰੋਮ ਪਾਵਲ ਨੇ, US ਫੈਡ ਦੇ ਜਿਹੜੇ ਚੀਫ ਨੇ, ਉਹਨਾਂ ਨੇ ਵਿਆਜ ਨੂੰ ਘੱਟ ਵਿਆਜ ਨੂੰ ਕਿਸੇ ਤਰੀਕੇ ਨਾਲ ਨਹੀਂ ਵਧਾਇਆ। 5.25% ਜਿਹੜਾ ਵਿਆਜ ਹੈ ਅਮਰੀਕਾ ਦੇ ਵਿੱਚ ਚੱਲ ਰਿਹਾ, ਜਿਹੜਾ 2 ਸਾਲ ਪਹਿਲਾਂ 0.25% ਸੀਗਾ, ਹੁਣ ਉਹ 5.25% ਤੱਕ ਹੈ, ਯਾਨੀ ਕਿ 5% ਦੀ ਵਿਆਜ ਦੀ ਦਰ ਜਿਹੜੀ ਹੈ ਆ ਚੁੱਕੀ ਹੈ, ਜੋ ਕਿ ਅਮਰੀਕਾ ਦੇ ਬਸ਼ਿੰਦਿਆਂ ਨੇ, ਜਿਹੜੇ ਅਮਰੀਕਾ ਦੇ ਵਿੱਚ ਉੱਥੇ ਰਹਿੰਦੇ 1970ਵਿਆਂ ਤੋਂ ਬਾਅਦ, ਇੱਕ ਜਨਰੇਸ਼ਨ ਜਿਹੜੀ ਹੈ 1980 ਤੋਂ ਬਾਅਦ, ਜਿਨ੍ਹਾਂ ਨੇ ਨਹੀਂ ਦੇਖੀ, 50 ਸਾਲ ਤੋਂ ਐਡਾ ਵਿਆਜ ਦੀ ਦਰ ਉਹਨਾਂ ਨੇ 5% ਦੀ ਨਹੀਂ ਦੇਖੀ। ਲੇਕਿਨ ਗੱਲ ਇੱਥੇ ਇਹ ਹੈ ਖੰਨਾ ਸਾਹਿਬ ਕਿ ਜੇ ਇਹ ਜਿਹੜਾ ਇਜ਼ਰਾਈਲ ਤੇ ਹਮਾਸ ਦੀ ਲੜਾਈ ਹੋਰ ਭਖ ਜਾਂਦੀ ਹੈ, ਜੇ ਈਰਾਨ ਸਾਹਮਣੇ ਆ ਜਾਂਦਾ, ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਜੇ ਈਰਾਨ ਖੁੱਲ ਕੇ ਸਾਹਮਣੇ ਆ ਜਾਂਦਾ ਹੈ, ਜਾਂ ਸਾਊਦੀ ਅਰੇਬੀਆ ਆ ਜਾਂਦਾ ਹੈ, ਜਾਂ ਗਲਫ ਕੰਟਰੀਜ਼ ਜਿਹੜੀਆਂ ਨੇ ਉਹ ਫਲਸਤੀਨ ਦੀ ਹੈਲਪ ਕਰਦੀ ਹੈ, ਇਜਿਪਟ, ਜਾਰਡਨ, ਸੀਰੀਆ ਜਿਹੜੀਆਂ ਨੇ ਉਹ ਇਹਨਾਂ ਦੀ ਹੈਲਪ ਕਰਦੀਆਂ ਨੇ, ਤਾਂ ਮਹਿੰਗਾਈ ਜਿਹੜੀ ਹੈ ਤੇਲ ਦੀ ਉਹ ਭਖਣ ਦੇ ਆਸਾਰ ਨੇ। ਕਰੂਡ ਆਇਲ ਜਿਹੜਾ ਹੈ ਉਹ ਭਖ ਜਾਏਗਾ। ਇਸ ਕਰਕੇ ਜਰੋਮ ਪਾਵਲ ਹਜੇ ਬੜੀ ਹੌਕਿਸ਼ ਆਈ ਦੇ ਨਾਲ, ਹੌਕ ਜਿੱਦਾਂ ਇੱਲ ਦੀ ਨਿਗਾਹ ਦੇ ਨਾਲ ਇਹਨਾਂ ਚੀਜ਼ਾਂ ਨੂੰ ਵਾਚ ਕਰ ਰਹੇ ਨੇ। ਉਹਨਾਂ ਨੇ ਘਟਾਇਆ ਨਹੀਂ, ਉਹਨਾਂ ਨੇ ਸਟੇਬਲ ਰੱਖਿਆ 5.25, 5.25 ਦੇ ਉੱਤੇ। ਵੀ ਮੈਂ ਚੈੱਕ ਕਰ ਰਿਹਾ ਵੀ ਜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾਈ ਜਿਹੜੀ ਹੈ, ਜੇ ਤੇਲ ਜਿਹੜਾ ਭਖ ਜਾਂਦਾ, ਮਹਿੰਗਾਈ ਹੋਰ ਵੱਧਦੀ ਹੈ, ਕਿਉਂਕਿ ਉਹਨਾਂ ਦਾ ਟਾਰਗੇਟ 2% ਤੇ ਮਹਿੰਗਾਈ ਨੂੰ ਲੈ ਕੇ ਆਉਣ ਦਾ, ਜਿਹੜੀ ਮਹਿੰਗਾਈ ਇਸ ਵੇਲੇ ਹਜੇ 3.25% ਤੇ ਚੱਲ ਰਹੀ ਹੈ, ਉਹਨੂੰ ਉਹ ਥੱਲੇ ਲੈ ਕੇ ਆਉਣਾ ਚਾਹੁੰਦੇ ਆ। ਤਾਂ ਹਜੇ ਤਾਂ ਇਹਨੂੰ ਉਹਨਾਂ ਨੇ ਵੇਟ ਐਂਡ ਵਾਚ ਪਾਲਿਸੀ ਜਿਹੜੀ ਹੈ
ਉਹ ਅਡਾਪਟ ਕੀਤੀ ਹੋਈ ਹੈ। ਹਾਂ, ਇਹ ਜ਼ਰੂਰ ਹੈ ਵੀ ਜਿਹੜੇ ਲੋਕ ਨੇ ਅਮਰੀਕਾ ਦੇ, ਜਿਨ੍ਹਾਂ ਨੂੰ ਵਿਆਜ ਦੀ ਦਰ ਜ਼ਿਆਦਾ ਦੇਣੀ ਪੈਂਦੀ ਸੀ, ਹਜੇ ਉਨੀ ਹੀ ਦੇਣੀ ਪਏਗੀ। ਲੱਗਦਾ ਨਹੀਂ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੋਈ ਵਿਆਜ ਜਿਹੜਾ ਹੈ ਵਧੇ ਹੋਰ, ਪਰ ਘਟੇਗਾ ਵੀ ਨਹੀਂ। ਹਜੇ 2024 ਤੋਂ ਪਹਿਲਾਂ ਵਿਆਜ ਦੇ ਘਟਣ ਦੇ ਚਾਂਸ ਵੀ ਜਿਹੜੇ ਨੇ ਨਹੀਂ ਹੈ। ਤਾਂ ਜਿਹੜੀਆਂ ਕਿਸ਼ਤਾਂ ਜਾ ਰਹੀਆਂ ਉਹਨਾਂ ਤੇ ਹਜੇ ਇਹਨਾਂ ਨੂੰ ਸਬਰ ਹੀ ਕਰਨਾ ਪਏਗਾ ਲੋਕਾਂ ਨੂੰ। ਓਕੇ, ਸਬਰ ਕਰਨਾ ਪਏਗਾ, ਪਰ ਬਾਕੀ ਦੇ ਮੁਲਕ ਸਬਰ ਨਹੀਂ ਨਾ ਕਰਦੇ। ਉਹ ਹਮੇਸ਼ਾ, ਜਿਹਨੂੰ ਤੁਸੀਂ ਕਿਹਾ, ਬਾਜ਼ ਅੱਖ ਰੱਖਦੇ ਨੇ ਹਰ ਥਾਂ ਦੇ ਉੱਤੇ। ਅਮਰੀਕਾ ਦੇ ਜਿਹੜੇ ਫਾਈਨੈਂਸ਼ੀਅਲ ਐਕਸਪਰਟਸ ਨੇ ਉਹ ਵੀ ਬਾਜ਼ ਅੱਖ ਰੱਖਦੇ ਪਏ ਨੇ ਇਸ ਸਿਚੁਏਸ਼ਨ ਦੇ ਉੱਤੇ ਕਿ ਵਾਰ ਕਿੱਧਰ ਨੂੰ ਜਾਂਦੀ ਆ, ਤੇ ਪੂਰੀ ਦੁਨੀਆ ਦੇ ਬੈਂਕਸ ਔਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੀ ਇਸ ਗੱਲ ਤੇ ਬਾਜ਼ ਅੱਖ ਰੱਖਦੇ ਪਏ ਨੇ ਕਿ ਅਮਰੀਕਾ ਰੇਟ ਆਫ ਇੰਟਰਸਟ ਦਾ ਕਰਦਾ ਕੀ ਹੈ। ਪੂਰੀ ਦੁਨੀਆ ਦੇ ਉੱਤੇ ਕੀ ਅਸਰ ਪੈ ਸਕਦਾ ਹੈ ਅਮਰੀਕਨ ਰੇਟ ਆਫ ਇੰਟਰਸਟ ਦਾ, ਰਾਜੀਵ? ਦੇਖੋ ਜੀ, ਅਮਰੀਕਾ ਇੱਕ ਸਿਟਾਡਲ ਹੈ। ਅਮਰੀਕਾ ਇੱਕ ਸੈਂਟਰ, ਇੱਕ ਨਿਊਕਲੀਅਸ ਹੈ। ਜੋ ਅਮਰੀਕਾ ਦੇ ਵਿੱਚ ਹੁੰਦਾ, ਜੇ ਵਿਆਜ ਦਰ ਅਮਰੀਕਾ ਦੇ ਵਿੱਚ ਵੱਧਦੀ ਹੈ, ਉਹਦੇ ਨਾਲ ਕੀ ਹੁੰਦਾ ਹੈ, ਜਿਹੜਾ ਇਹਨਾਂ ਮੁਲਕਾਂ ਦੇ ਵਿੱਚ, ਗਰੀਬ ਮੁਲਕਾਂ ਦੇ ਵਿੱਚ ਜਾਂ ਜਿਹੜੇ ਵਿਕਾਸਸ਼ੀਲ ਮੁਲਕ ਨੇ, ਜਿੱਦਾਂ ਹਿੰਦੁਸਤਾਨ ਹੋ ਗਿਆ, ਚੀਨ ਹੋ ਗਿਆ, ਬੰਗਲਾਦੇਸ਼ ਹੋ ਗਿਆ, ਥਾਈਲੈਂਡ ਹੋ ਗਿਆ, ਵੀਅਤਨਾਮ ਹੋ ਗਿਆ, ਕੋਰੀਆ ਹੋ ਗਿਆ, ਇੱਥੇ ਦੀਆਂ ਜਿਹੜੀਆਂ ਸਟਾਕ ਐਕਸਚੇਂਜ ਦੇ ਵਿੱਚ ਜਿਹੜੇ ਲੋਕ ਪੈਸਾ ਇਨਵੈਸਟ ਕਰਦੇ ਆ, ਉਹ ਇਹਨਾਂ ਮਾਰਕੀਟਾਂ ਚੋਂ ਕੱਢ ਕੇ ਪੈਸਾ ਅਮਰੀਕਾ ਦੇ ਵਿੱਚ ਵਾਪਸ ਲੈ ਜਾਂਦੇ। ਕਿਉਂਕਿ ਸਰਕਾਰ ਦੇ ਕੋਲ ਪੈਸਾ ਰੱਖਣਾ ਜਾਂ ਬੈਂਕ ਦੇ ਵਿੱਚ ਪੈਸਾ ਰੱਖਣਾ ਤੇ ਇਹਨਾਂ ਸੱਟੇਬਾਜ਼ੀ ਦੇ ਵਿੱਚ ਪੈਸਾ ਰੱਖਣਾ ਸਟਾਕ ਮਾਰਕੀਟ ਦੇ ਵਿੱਚ, ਉਹਦੇ ਨਾਲੋਂ ਉਹ ਪ੍ਰੈਫਰ ਕਰਦੇ ਆ ਵੀ ਸੇਫ ਜਿਹੜਾ ਹੈਵਨ ਹੈਗਾ, ਪੈਸਾ ਜਿਹੜਾ ਹੈ ਅਮਰੀਕਾ ਦੇ ਸਰਕਾਰੀ ਬੈਂਕਾਂ ਦੇ ਵਿੱਚ ਰੱਖਣਾ। ਉਹ ਪੈਸਾ ਕੱਢ ਕੇ ਵਾਪਸ ਲੈ ਜਾਂਦੇ ਨੇ। ਜੇ ਹੁਣ ਵਿਆਜ ਉੱਤੇ ਰਹਿੰਦਾ ਤਾਂ ਨਾ ਸਿਰਫ ਅਮਰੀਕਾ ਦੇ ਲੋਕਾਂ ਨੂੰ ਜ਼ਿਆਦਾ ਵਿਆਜ ਦੀ ਦਰ ਦੇਣੀ ਪੈ ਜ਼ਿਆਦਾ, ਬਲਕਿ ਜਦੋਂ ਪੈਸਾ ਵਿਕਾਸਸ਼ੀਲ ਮੁਲਕਾਂ ਦੇ ਵਿੱਚੋਂ ਦੀ ਸਟਾਕ ਮਾਰਕੀਟਸ ਚੋਂ ਨਿਕਲ ਕੇ ਪੈਸਾ ਜਿਹੜਾ ਹੈ ਅਮਰੀਕਾ ਵੱਲ ਚੱਲ ਜਾਂਦਾ, ਤਾਂ ਉੱਥੇ ਦੀ ਕਰੰਸੀ ਜਿਹੜੀ ਹੈ ਉਹ ਗਿਰ ਜਾਂਦੀ। ਅਸੀਂ ਦੇਖ ਰਹੇ ਹਾਂ ਵੀ ਹਿੰਦੁਸਤਾਨ ਦੀ ਕਰੰਸੀ ਜਿਹੜੀ ਹੈ, ਲਗਾਤਾਰ ਰੁਪਈਆ ਜਿਹੜਾ ਹੈ ਡਿੱਗਦਾ ਪਿਆ। ਅਜੇ 83.5 ਦੇ ਨੇੜੇ, 83-28 ਤੱਕ ਤਾਂ ਪਹੁੰਚ ਚੁੱਕਾ ਹੈ। ਹੁਣ ਸਾਨੂੰ ਐਸਟੀਮੇਟ ਜੋ ਆ ਰਹੇ ਨੇ ਸਾਹਮਣੇ 84 84.5 ਤੱਕ ਦੇ ਆ ਰਹੇ ਵੀ ਰੁਪਈਆ ਜਿਹੜਾ ਹੋਰ ਗਿਰ ਜਾਏਗਾ, ਕਿਉਂਕਿ ਸਾਡੇ ਕੋਲ ਫੋਰਨ ਐਕਸਚੇਂਜ ਦਾ ਫਲੋ ਬਾਹਰ ਹੋ ਰਿਹਾ, ਸਾਡੇ ਕੋਲ ਪੈਸਾ ਆ ਨਹੀਂ ਰਿਹਾ, ਖਰਚਾ ਸਾਡਾ ਬਰਕਰਾਰ ਹੈ। ਕਰੂਡ ਦੇ ਰੇਟ ਮਹਿੰਗੇ ਹੋ ਰਹੇ ਨੇ, ਸੋਨਾ ਜਿਹੜਾ ਹੈ ਉਹ ਮਹਿੰਗਾ ਹੋ ਰਿਹਾ ਹੈ, ਸਾਨੂੰ ਉਹਦੀ ਅਦਾਇਗੀ ਜ਼ਿਆਦਾ ਰੇਟਾਂ ਤੇ ਕਰਨੀ ਪੈਂਦੀ। ਸਾਡੇ ਕੋਲ ਆ ਕੁਛ ਰਿਹਾ ਨਹੀਂ, ਪੈਸਾ ਆਉਂਦਾ ਪਿਆ ਨਹੀਂ, ਜਾਂਦਾ ਪਿਆ ਜ਼ਿਆਦਾ, ਚਾਹੇ ਉਹ ਸੋਨੇ ਦੇ ਕਾਰਨ ਜਾ ਰਿਹਾ ਉਹਦੀ ਅਦਾਇਗੀ ਕਾਰਨ, ਚਾਹੇ ਉਹ ਤੇਲ ਦੇ ਵਧੇ ਰੇਟ ਦੀ ਅਦਾਇਗੀ ਦੇ ਕਾਰਨ ਜਾ ਰਿਹਾ। ਸੋ ਇੱਕ ਪਾਸੇ ਤਾਂ ਕਰੰਸੀ ਸਾਡੀ ਜਿਹੜੀ ਹੈ ਵਿਕਾਸਸ਼ੀਲ ਮੁਲਕਾਂ ਦੀ, ਅਮਰੀਕਾ ਦੇ ਵਿੱਚ ਵਿਆਜ ਵਧਣ ਦੇ ਨਾਲ ਵਿਕਾਸਸ਼ੀਲ ਮੁਲਕਾਂ ਦੀ ਜਿਹੜੀ ਕਰੰਸੀ ਹੈ ਉਹ ਵੀਕ ਹੁੰਦੀ ਹੈ, ਕਮਜ਼ੋਰ ਹੁੰਦੀ ਹੈ। ਦੂਸਰੀ ਚੀਜ਼ ਜਿਹੜੀ ਹੈ, ਪੈਸਾ ਜਿਹੜਾ ਹੈ ਸਾਨੂੰ ਜ਼ਿਆਦਾ ਦੇਣਾ ਪੈਂਦਾ, ਖਾਸ ਕਰਕੇ ਇੱਕ ਪਾਸੇ ਕਰੰਸੀ ਵੀਕ ਹੋ ਜਾਏ, ਡਬਲ ਸਾਡੇ ਤੇ ਮਾਰ ਪੈ ਰਹੀ ਹੈ, ਦੂਜੇ ਪਾਸੇ ਤੇਲ ਦੇ ਰੇਟ ਵੱਧ ਜਾਣ ਜਾਂ ਸੋਨੇ ਦੇ ਰੇਟ ਵੱਧ ਜਾਣ, ਤਾਂ ਸਾਡੇ ਉੱਤੇ ਦੋ ਤਰੀਕੇ ਦੀ ਮਾਰ ਪੈਂਦੀ ਹੈ। ਸਾਰੇ ਮੁਲਕਾਂ ਨੂੰ ਇਸ ਚੀਜ਼ ਨੂੰ ਫੇਸ ਕਰਨਾ ਪੈਂਦਾ। ਓਕੇ, ਦੋਹਰੀ ਮਾਰ ਪੈਂਦੀ ਹੈ। ਦੋਹਰੀ ਮਾਰ ਬਹੁਤ ਮੁਸ਼ਕਿਲ ਹੁੰਦੀ ਹੈ ਰਾਜੀਵ ਜੀ, ਔਰ ਇੱਕ ਤਰ੍ਹਾਂ ਨਾਲ ਜੋ ਵਾਰ ਦੀ ਸਿਚੁਏਸ਼ਨ ਬਣੀ ਹੋਈ ਹੈ ਉਸ ਦੇ ਨਾਲ ਤੇ ਹੋਰ ਜ਼ਿਆਦਾ ਡਿਫਿਕਲਟ ਹੋ ਜਾਏਗੀ। ਔਰ ਕਰੂਡ ਆਇਲ ਜਿਹਦੇ ਉੱਤੇ ਸਾਰੀ ਇਕਨੋਮੀ, ਜਿਹਨੂੰ ਆਪਾਂ ਕਹਿੰਦੇ ਹਾਂ ਕਈ ਵਾਰ ਬਲੈਕ ਗੋਲਡ, ਉਹਦੇ ਉੱਤੇ ਹੀ ਸਾਰਾ ਕੁਝ ਡਿਪੈਂਡ ਕਰਦਾ। ਸੋ ਬਲੈਕ ਗੋਲਡ ਦੇ ਨਾਲ ਨਾਲ ਜਿਹੜਾ ਗੋਲਡ ਅਸਲ ਵਿੱਚ ਹੈ ਉਹਦੀ ਵੀ ਗੱਲ ਕਰਨੀ ਜ਼ਰੂਰੀ ਬਣਦੀ ਹੈ, ਕਿਉਂਕਿ ਨਿਊਜ਼ ਆ ਰਹੀਆਂ ਨੇ ਔਰ ਬਹੁਤ ਜ਼ਿਆਦਾ ਇਹ ਮਾਰਕੀਟ ਗਰਮ ਹੈ ਇਸ ਵਕਤ ਗੋਲਡ ਦੀ। ਔਰ ਦੇਖਿਆ ਜਾ ਰਿਹਾ ਕਿ ਹਰ ਕੰਟਰੀ ਗੋਲਡ ਖਰੀਦਣ ਵਿੱਚ ਲੱਗੀ ਹੋਈ ਹੈ ਔਰ ਫਟਾਫਟ ਆਪਣੇ ਜੋ ਰਿਜ਼ਰਵ ਨੇ ਗੋਲਡ ਦੇ ਨਾਲ ਭਰਨ ਵਿੱਚ ਲੱਗੀ ਹੋਈ ਹੈ। ਔਰ ਖਾਸ ਕਰਕੇ ਭਾਰਤ ਗਵਰਨਮੈਂਟ ਵੀ ਆਪਣੇ ਗੋਲਡ ਰਿਜ਼ਰਵ ਨੂੰ ਵਧਾਉਣ ਵਿੱਚ ਲੱਗੀ ਹੋਈ ਹੈ। ਇਸ ਸੋਨੇ ਦੇ ਪ੍ਰਤੀ ਇੰਨੀ ਚਾਹਤ ਕਿਉਂ ਪੈਦਾ ਹੋ ਗਈ ਆਲ ਆਫ ਅ ਸਡਨ, ਰਾਜੀਵ? ਦੇਖੋ, ਬੜੀ ਇਹ ਸਟ੍ਰੇਂਜ ਜਿਹੀ ਗੱਲ ਹੈ ਖੰਨਾ ਸਾਹਿਬ, ਇਟ ਇਜ਼ ਹਾਈਲੀ ਸਰਪ੍ਰਾਈਜ਼ਿੰਗ। ਅਸੀਂ ਦੇਖਿਆ ਵੀ ਜਦੋਂ ਡਾਲਰ ਜਿਹੜਾ ਹੈ ਉਹ ਮਜ਼ਬੂਤ ਹੁੰਦਾ ਤਾਂ ਸੋਨਾ ਗਿਰਦਾ ਹੈ, ਲੇਕਿਨ ਬਹੁਤ ਘੱਟ ਇਦਾਂ ਦੇ ਉਦਾਹਰਣ ਮਿਲਦੇ ਹੈ ਜਿੱਥੇ ਜਦੋਂ ਡਾਲਰ ਜਿਹੜਾ ਮਜ਼ਬੂਤ ਹੋ ਰਿਹਾ ਤੇ ਸੋਨਾ ਜਿਹੜਾ ਹੈ ਉਹ ਕਮਜ਼ੋਰ ਹੋ ਰਿਹਾ। ਐਤਕੀ ਹੋਇਆ ਕੀ ਹੈ, ਤੁਹਾਨੂੰ ਜਾਣ ਕੇ ਬੜਾ ਹੈਰਾਨੀ ਹੋਏਗੀ ਵੀ ਸੋਨਾ ਖਰੀਦਣ ਵਾਲੇ ਐਤਕੀ ਲੋਕ ਨਹੀਂ ਹੈ, ਇਹ ਸਰਕਾਰਾਂ ਜਾਂ ਜਿਹੜੇ ਕੇਂਦਰੀ ਬੈਂਕ ਹੈ ਹਰ ਮੁਲਕ ਦੇ, ਉਹ ਸੋਨਾ ਖਰੀਦ ਰਹੇ ਹੈ। ਔਰ ਉਹਦੇ ਚ ਲੀਡ ਦੇ ਤੌਰ ਤੇ ਲੀਡਰ ਜਿਹੜੇ ਨੇ ਸੋਨਾ ਖਰੀਦਣ ਦੇ ਵਿੱਚ ਕੇਂਦਰੀ ਬੈਂਕਾਂ ਦੇ ਵਿੱਚ ਚੀਨ ਤੇ ਭਾਰਤ ਨੇ। ਉਹਦਾ ਕਾਰਨ
ਕਾਰਨ ਹੈ ਵੀ ਸਾਡੀਆਂ ਕਰੰਸੀਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਗਿਰ ਰਹੀਆਂ, ਡੈਪਰੀਸ਼ੀਏਟ ਹੋ ਰਹੀਆਂ, ਜਿੱਦਾਂ ਮੈਂ ਆਪਣੇ ਪਿਛਲੇ ਸਵਾਲ ਦੇ ਵਿੱਚ ਜਵਾਬ ਦਿੱਤਾ ਵੀ ਉਹਦਾ ਜਿਹੜੀ ਪੈਸਾ ਬਾਹਰ ਆਊਟਫਲੋ ਹੋਣ ਕਰਕੇ ਸਾਡੀ ਕਰੰਸੀ ਜਿਹੜੀ ਹੈ ਜਾਂ ਰੁਪਈਆ ਜਿਹੜਾ ਉਹ ਟੁੱਟ ਰਿਹਾ ਹੈ। ਉਸੇ ਤਰੀਕੇ ਦੇ ਨਾਲ ਯੂਆਨ ਜਿਹੜਾ ਉਹ ਵੀ ਟੁੱਟ ਰਿਹਾ ਹੈ। ਯੂਆਨ ਜਿਹੜਾ ਉੱਥੇ ਪ੍ਰੋਟੈਸਟ ਹੋ ਰਹੇ ਨੇ, ਅਮਰੀਕਾ ਦੇ ਵਿੱਚ ਜਾਂ ਚਾਈਨਾ ਦੀ ਇਕਨੋਮਿਕ ਗਰੋਥ ਜਿਹੜੀ ਹੈ ਉਹ ਘੱਟ ਹੈ, ਇਸ ਕਰਕੇ ਉੱਥੇ ਪ੍ਰੋਟੈਸਟ ਹੋ ਰਹੇ ਨੇ। ਚਾਈਨੀਜ਼ ਯੂਆਨ ਜਿਹੜਾ ਹੈ ਉਹ ਟੁੱਟ ਰਿਹਾ ਹੈ, ਚਾਈਨਾ ਦੀ ਗਰੋਥ ਜਿਹੜੀ ਹੈ ਉਹ ਬਰਕਰਾਰ ਨਹੀਂ ਰਹਿ ਰਹੀ, ਚਾਈਨਾ ਦੇ ਐਕਸਪੋਰਟਸ ਜਿਹੜੇ ਨੇ ਉਹ ਘਟ ਰਹੇ ਨੇ। ਸੋ ਇਹ ਮੁਲਕ ਕਰ ਕੀ ਰਹੇ ਹੈ, ਜਦੋਂ ਆਪਣੀ ਕਰੰਸੀ ਇਹਨਾਂ ਦੀ ਗਿਰ ਰਹੀ ਹੈ, ਉਸ ਕਰੰਸੀ ਨੂੰ ਆਫਸੈਟ ਕਰਨ ਦੇ ਲਈ ਤਾਂ ਕਿ ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕੇ, ਇਸ ਕਰਕੇ ਇਹ ਲੋਕ ਜਿਹੜਾ ਸੋਨਾ ਹੈ ਉਹ ਖਰੀਦ ਰਹੇ ਹੈ। ਇਹਨਾਂ ਦੇ ਸੈਂਟਰਲ ਬੈਂਕਸ ਜਿਹੜੇ ਨੇ ਇਸ ਕਰਕੇ ਜਿਹੜਾ ਸੋਨਾ ਉਹਦੇ ਰੇਟ ਵੱਧ ਰਹੇ ਹੈ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਹੋਇਆ ਕੀ ਹੈ ਕਿ ਇਸ ਤੋਂ ਪਹਿਲਾਂ ਜੇ ਕਿਸੇ ਮੁਲਕ ਨੇ ਮੰਨ ਲਈ ਅਸੀਂ 2004 ਦੇ ਵਿੱਚ ਸੋਨਾ ਖਰੀਦਿਆ, 2014 ਚ ਖਰੀਦਿਆ, 2016, 18, 20 ਦੇ ਵਿੱਚ ਖਰੀਦਿਆ, ਉਸ ਵੇਲੇ ਸੋਨਾ ਸਸਤੇ ਰੇਟਾਂ ਤੇ ਉੱਤੇ ਖਰੀਦਿਆ ਗਿਆ ਸੀ। ਇਸ ਵੇਲੇ ਉਸ ਸੋਨੇ ਨੂੰ ਵੇਚ ਕੇ, ਇਹਨੂੰ ਹੈਜਿੰਗ ਕਹਿੰਦੇ ਆ ਫਾਈਨੈਂਸ਼ੀਅਲ ਟਰਮਸ ਦੇ ਵਿੱਚ, ਇਹਨੂੰ ਹੈਜਿੰਗ ਕਹਿੰਦੇ ਆ ਜੀ, ਉਸ ਸੋਨੇ ਨੂੰ ਵੇਚ ਕੇ ਉਹ ਜ਼ਿਆਦਾ ਰੇਟ ਤੇ ਵੇਚ ਰਹੇ ਆ। ਉਸ ਵੇਲੇ ਜੇ ਮੰਨ ਲਓ 1 ਟਨ ਸੋਨਾ ਖਰੀਦਿਆ ਸੀ, 10 ਟਨ ਸੋਨਾ ਖਰੀਦਿਆ ਸੀ, ਉਸ ਸੋਨੇ ਨੂੰ ਵੇਚ ਕੇ ਅੱਜ ਦੇ ਰੇਟਾਂ ਦੇ ਉੱਤੇ ਇਹ ਆਪਣੀ ਕਰੰਸੀ ਨੂੰ, ਫੋਰਨ ਐਕਸਚੇਂਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹ ਸਾਰੀ ਗੇਮ ਜਿਹੜੀ ਹੈ ਇਸੇ ਤਰੀਕੇ ਨਾਲ ਚੱਲਦੀ ਹੈ। ਰੁਪਈਆ ਜੇ ਤਾਂ ਕਿ ਸਾਡਾ ਜੇ ਰੁਪਈਆ ਥੱਲੇ ਜਾ ਰਿਹਾ, ਘੱਟੋ ਘੱਟ ਜਿਹੜਾ ਸੋਨਾ ਹੈ ਉਹ ਉਹਨੂੰ ਆਫਸੈਟ ਕਰ ਲਵੇ। ਦੂਜੀ ਇਹਦੇ ਚ ਇੱਕ ਹੋਰ ਜਿਹੜੀ ਗੱਲ ਹੈ ਉਹ ਹੈ ਵੀ ਜਿਹੜਾ ਬੈਂਕਾਂ ਨੇ, ਇਹਨਾਂ ਨੇ ਸਰਕਾਰਾਂ ਨੂੰ ਸਸਤੇ ਰੇਟ ਦੇ ਕਰਜ਼ੇ ਦਿੱਤੇ ਹੋਏ ਆ। ਜਦੋਂ ਸੋਹਣੇ ਵੇਲੇ ਸੀਗੇ ਵਿਆਜ ਦੀ ਦਰ ਘੱਟ ਹੁੰਦੀ ਸੀ, ਹੁਣ ਲੋਕਾਂ ਨੂੰ ਇਹਨਾਂ ਨੂੰ 7%, 8% ਤੁਹਾਨੂੰ ਔਰ ਮੈਨੂੰ ਵਿਆਜ ਦੀ ਦਰ ਤੇ ਪੈਸਾ ਦੇਣਾ ਪੈਂਦਾ। ਆਪਣਾ ਪੈਸਾ ਜਿਹੜਾ, ਕਿਉਂਕਿ ਇਨਫਲੇਸ਼ਨ ਜ਼ਿਆਦਾ ਆਈ ਹੈ, ਪੈਸਾ ਆਪਣੇ ਕੋਲ ਲੈਣ ਦੇ ਲਈ ਵਿਆਜ ਦੀ ਦਰ ਚੁੱਕਣੀ ਪਈ ਹੈ। ਸੋ ਇੱਥੇ ਕਿਤੇ ਨਾ ਕਿਤੇ ਬੈਂਕਾਂ ਨੂੰ ਖਤਰਾ ਹੈ ਬਈ ਸਾਨੂੰ ਲਾਸਿਸ ਹੋ ਜਾਣਗੇ। ਸਰਕਾਰਾਂ ਤੋਂ ਪੈਸਾ ਜਿਹੜਾ ਆਣਾ ਉਹ 4-5% ਤੇ ਆਣਾ, ਲੋਕਾਂ ਨੂੰ ਜਿਹੜਾ ਪੈਸਾ ਦੇਣਾ ਉਹ 7-8% ਤੇ ਅਦਾਇਗੀ ਕਰਨੀ ਹੈ। ਉਸ ਨੂੰ ਵੀ ਆਫਸੈਟ ਕਰਨ ਦੇ ਲਈ ਇਹ ਸੋਨਾ ਜ਼ਿਆਦਾ ਖਰੀਦ ਰਹੇ ਤਾਂ ਕਿ ਸਾਡੇ ਰਿਜ਼ਰਵਸ ਜਿਹੜੇ ਨੇ ਉਹਨਾਂ 'ਚ ਇੱਕ ਪੈਰਿਟੀ ਮੇਨਟੇਨ ਰਹੇ। ਰਾਈਟ। ਸੋ ਫਿਰ ਉਹੀ ਬੈਲੈਂਸ ਜ਼ਰੂਰੀ ਆ। ਸੰਸਾਰ ਦੇ ਵਿੱਚ ਵੀ ਬੈਲੈਂਸ ਜ਼ਰੂਰੀ ਆ, ਕੁਦਰਤ ਵੀ ਬੈਲੈਂਸ ਕਰਦੀ ਆ। ਔਰ ਜਿਹੜੀਆਂ ਪੋਲੀਟੀਕਲ ਗੇਮਸ ਚੱਲਦੀਆਂ ਨੇ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਹੈ ਤਾਂ ਪੋਲੀਟੀਕਲ ਇਕੋਨਮੀ, ਉਹਦੇ ਵਿੱਚ ਵੀ ਬੈਲੈਂਸ ਨੂੰ ਕਾਇਮ ਰੱਖਿਆ ਜਾਂਦਾ। ਬੈਲੈਂਸ ਆਫ ਪਾਵਰ, ਇੱਕ ਦੂਜੇ ਦੇ ਉੱਤੇ ਟਰਸਟ ਕਰਨ ਦਾ ਮਤਲਬ ਹੈ ਸੁਈਸਾਈਡ। ਇਸ ਕਰਕੇ ਕੋਈ ਵੀ ਦੇਸ਼ ਕਿਸੇ ਦੂਸਰੇ ਦੇਸ਼ ਦੇ ਉੱਤੇ ਟਰਸਟ ਨਹੀਂ ਕਰਦਾ, ਸਿਰਫ ਬੈਲੈਂਸ ਆਫ ਪਾਵਰ ਦੇ ਨਾਲ ਸਾਰੀ ਗੇਮ ਖੇਡਦਾ। ਸੋ ਥੈਂਕ ਯੂ ਸੋ ਮਚ ਰਾਜੀਵ, ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਡਿਸਕਸ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਰਾਜੀਵ। ਥੈਂਕ ਯੂ ਜੀ ਖੰਨਾ ਸਾਹਿਬ, ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ, ਮਿਹਰਬਾਨੀ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਆਈਡੀਆਜ਼, ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।